राग गौड़ी पूर्वी 52 अखरी कबीर जियो की। 52 अखर 52 52 52 अखर ਜਿਹੜੇ ਹੁੰਦੇ ਨੇ ਉਹਨਾਂ ਅੱਖਰਾਂ ਦੇ ਨਾਲ ਇਹ ਸੰਬੰਧਿਤ ਬਾਣੀ ਹੈ। ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਇੱਕ 52 ਅੱਖਰੀ ਅਸੀਂ ਸੁਖਮਨੀ ਸਾਹਿਬ ਤੋਂ ਪਹਿਲਾਂ ਪੜ੍ਹ ਕੇ ਆਏ ਹਾਂ। ਇੱਕ ਕਬੀਰ ਸਾਹਿਬ ਜੀ ਦੀ ਹੈ ਔਰ ਅੱਖਰਾਂ ਦੇ ਬਾਰੇ ਤੇ ਅੱਖਰਾਂ ਤੋਂ ਸਿੱਖਿਆ ਕੀ ਲੈਂਦੇ ਹਾਂ ਉਹਦੇ ਬਾਰੇ ਇਸ ਬਾਣੀ ਦੇ ਵਿੱਚ ਜ਼ਿਕਰ ਹੈ। ਬੜੀ ਗਹਿਰੀ ਔਰ ਬੜੀ ਕਮਾਲ ਦੀ ਬਾਣੀ ਹੈ। ਖਾਸ ਕਰਕੇ ਪੜ੍ਹਾਈ ਵਾਲੇ ਬੰਦਿਆਂ ਨੂੰ ਇਹ ਬਾਣੀ ਸਮਝ ਹੋਣੀ ਚਾਹੀਦੀ ਹੈ, ਯਾਦ ਹੋਣੀ ਚਾਹੀਦੀ ਹੈ। ਅੱਖਰਾਂ ਦੇ ਬਾਰੇ ਬਹੁਤ ਕੁਝ ਪੜ੍ਹਿਆ ਜਾਂਦਾ ਹੈ ਤੇ ਅੱਖਰ ਯਾਦ ਵੀ ਬੜੇ ਲੋਕਾਂ ਨੂੰ ਨੇ, ਪਰ ਜਿਹੜੇ ਤਰੀਕੇ ਨਾਲ ਅੱਖਰਾਂ ਦੀ ਗੱਲ ਗੁਰੂ ਅਰਜਨ ਸਾਹਿਬ ਮਹਾਰਾਜ, ਬਾਬਾ ਕਬੀਰ ਸਾਹਿਬ ਨੇ ਕੀਤੀ ਹੈ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਕੀਤੀ ਹੈ, ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਨੇ ਗੱਲ ਕੀਤੀ ਹੈ ਅੱਖਰਾਂ ਦੀ, ਇਹਨਾਂ ਬਾਣੀਆਂ ਦੇ ਬਾਰੇ ਇਨਫੋਰਮੇਸ਼ਨ ਸਾਨੂੰ ਹੋਣੀ ਚਾਹੀਦੀ ਹੈ। ਸਾਡੇ ਸਕੂਲ, ਕਾਲਜ, ਯੂਨੀਵਰਸਿਟੀਜ਼ ਦੇ ਲੈਵਲ ਦੇ ਵਿੱਚ ਜਿਹੜਾ ਸਿਲੇਬਸ ਹੈ ਉੱਥੇ ਇਹ ਪੜ੍ਹਾਈਆਂ ਹੋਣੀਆਂ ਚਾਹੀਦੀਆਂ ਨੇ ਤਾਂ ਕਿ ਸਾਨੂੰ ਵਿੱਦਿਆ ਦੇ ਅਸਲੀ ਮਤਲਬ ਦਾ ਵੀ ਪਤਾ ਲੱਗ ਜਾਵੇ। ਗਹਿਰੀ ਹੈ ਇਹ ਬਾਣੀ, ਪਰ ਅਸੀਂ ਇਹਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ। 52 ਅਖਰੀ ਕਬੀਰ ਜੀਓ ਕੀ। ਕਬੀਰ ਸਾਹਿਬ ਜੀ ਦੀ ਉਚਾਰੀ ਹੋਈ 52 ਅਖਰੀ ਹੈ। ਇੱਕ ਓੰਕਾਰ, ਅਕਾਲ ਪੁਰਖ ਵਾਹਿਗੁਰੂ ਇੱਕ ਹੈ ਤੇ ਇੱਕ ਰਸ ਵਿਆਪਕ ਹੈ। ਸਤਨਾਮ, ਉਹਦਾ ਨਾਮ ਹਮੇਸ਼ਾ ਕਾਇਮ ਰਹਿਣ ਵਾਲਾ ਹੈ, ਸੱਤਿਆ ਵਾਲਾ ਹੈ, ਤਾਕਤ ਵਾਲਾ ਹੈ, ਸਦੀਵੀ ਰਹਿਣ ਵਾਲਾ ਹੈ। ਕਰਤਾ ਪੁਰਖ, ਸਾਰਿਆਂ ਨੂੰ ਕਰਨ ਵਾਲਾ ਹੈ, ਸਾਰਿਆਂ ਦੇ ਵਿੱਚ ਵਿਆਪਕ ਹੈ। ਗੁਰ ਪ੍ਰਸਾਦ, ਗੁਰੂ ਦੇ ਪ੍ਰਸਾਦ ਦੇ ਨਾਲ ਐਸੇ ਵਾਹਿਗੁਰੂ ਨੂੰ ਮਿਲਿਆ ਜਾ ਸਕਦਾ ਹੈ। 52 ਅਸ਼ਰ ਲੋਕ ਤ੍ਰੈ, ਸਭ ਕਛ ਇਨਹੀ ਮਾਹੇ। ਤ੍ਰੈ ਲੋਕ, ਜਿੱਥੇ ਵੀ ਕਿਤੇ ਗੱਲ ਕਰੀ ਜਾਵੇਗੀ ਉੱਥੇ ਅੱਖਰ ਆ ਹੀ ਜਾਣਗੇ। ਅੱਖਰ ਹੁਣ ਅਸੀਂ ਜਿਹੜੇ ਪੜ੍ਹਦੇ ਹਾਂ ਇਹ ਸਾਡੇ ਸਾਹਮਣੇ ਪੰਜਾਬੀ ਦੇ ਅੱਖਰ ਨੇ, ਇੱਦਾਂ ਦੇਵਨਾਗਰੀ ਦੇ ਅੱਖਰ ਨੇ, ਅੰਗਰੇਜ਼ੀ ਦੇ ਅੱਖਰ ਨੇ, ਫਿਰ ਜਿਨ੍ਹਾਂ ਨੂੰ ਤੁਸੀਂ ਵੇਖੋ ਨਿਊਮੈਰੀਕਲ ਕਿਹਾ ਜਾਂਦਾ ਹੈ, ਮੈਥ ਦੇ ਅੱਖਰ ਨੇ, ਹਿੰਦਸੇ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ। ਇੱਦਾਂ ਜਿੰਨੇ ਦੇਸ਼ ਨੇ, ਜਿੰਨੀਆਂ ਬੋਲੀਆਂ ਨੇ, ਉਹਨਾਂ ਨੇ ਆਪਣੇ ਆਪਣੇ ਅੱਖਰ ਤਿਆਰ ਕੀਤੇ ਨੇ। ਕਿਸੇ ਦੀ ਗਿਣਤੀ 52, ਜਿੱਦਾਂ ਪੰਜਾਬੀ ਦੇ ਅੱਖਰਾਂ ਦੀ 35 ਅਤੇ ਫਿਰ ਨਾਲ 6 ਹੋਰ ਨੇ, ਉਹਦੇ ਵਿੱਚ 41 ਬਣ ਜਾਂਦੇ ਨੇ। ਫਾਰਸੀ ਦੇ 30 ਬਣ ਜਾਂਦੇ ਨੇ, ਅੰਗਰੇਜ਼ੀ ਦੇ 26 ਬਣ ਜਾਂਦੇ ਨੇ। ਪਰ ਗੱਲ ਕਿਹਦੇ ਨਾਲ ਕੀਤੀ ਜਾ ਰਹੀ ਹੈ? ਅੱਖਰਾਂ ਦੇ ਨਾਲ ਹੀ ਗੱਲ ਕੀਤੀ ਜਾ ਰਹੀ ਹੈ ਨਾ। ਸਾਡੇ ਮੂੰਹ ਦੇ ਵਿੱਚੋਂ ਜਿਹੜੇ ਬੋਲ ਨਿਕਲਦੇ ਪਏ ਨੇ ਉਹਨਾਂ ਬੋਲਾਂ ਨੂੰ ਸਮਝਾਉਣ ਦਾ ਤਰੀਕਾ ਕੀ ਹੈ? ਸਾਡੇ ਕੋਲ ਅੱਖਰ। ਬਾਬਾ ਕਬੀਰ ਸਾਹਿਬ ਜਦੋਂ ਬਾਣੀ ਉਚਾਰਦੇ ਪਏ ਨੇ, ਹੁਣ ਇਹ ਬਾਣੀ ਸਾਡੇ ਕੋਲ ਪਹੁੰਚੀ ਹੈ ਤੇ ਕਿਵੇਂ ਪਹੁੰਚੀ ਹੈ? ਅੱਖਰਾਂ ਦੁਆਰਾ ਹੀ ਤੇ ਪਹੁੰਚੀ ਹੈ ਨਾ। ਇਸ ਕਰਕੇ ਸਾਰੇ ਸੰਸਾਰ ਦੇ ਵਿੱਚ ਜਿਹੜਾ ਪਸਾਰਾ ਚੱਲਦਾ ਪਿਆ ਹੈ ਨਾ ਇਨਫੋਰਮੇਸ਼ਨ ਦਾ, ਸੰਚਾਰ ਦਾ, ਉਹ ਅੱਖਰਾਂ ਦੁਆਰਾ ਚੱਲਦਾ ਪਿਆ ਹੈ। ਇਸ ਕਰਕੇ ਅੱਖਰ ਬੜੇ ਕੀਮਤੀ ਨੇ। ਦੁਨੀਆ ਦੇ ਵਿੱਚ ਜਿੰਨੀਆਂ ਲਾਇਬ੍ਰੇਰੀਜ਼ ਨੇ ਉਹ ਅੱਖਰਾਂ ਦੇ ਸਿਰ ਦੇ ਉੱਤੇ ਖਲੋਤੀਆਂ ਹੋਈਆਂ ਨੇ। ਇਸ ਕਰਕੇ ਤਿੰਨਾਂ ਲੋਕਾਂ ਦੇ ਵਿੱਚ ਕਿਤੇ ਵੀ ਚਲੇ ਜਾਓ 52 ਅਸ਼ਰ ਇੱਕ ਸ਼ਬਦ ਵਰਤ ਲਿਆ ਹੈ। ਲੋਕ ਤ੍ਰੈ, ਸਭ ਕਛ ਇਨਹੀ ਮਾਹੇ, ਸਾਰਾ ਕੁਝ ਇਹਨਾਂ ਅੱਖਰਾਂ ਦੇ ਅਧੀਨ ਹੀ ਆਉਂਦਾ ਹੈ। ਜਦੋਂ ਤ੍ਰੈ ਲੋਕ ਨੂੰ ਅਸੀਂ ਵਰਣਨ ਕਰਨਾ ਹੈ, ਦੁਨੀਆ ਨੂੰ ਵਰਣਨ ਕਰਨਾ ਹੈ, ਸਾਰੀ ਅੱਖਰਾਂ ਦੇ ਵਿੱਚ ਹੈ, ਪਰ ਸਾਰਾ ਕੁਝ ਅੱਖਰਾਂ ਦੇ ਵਿੱਚ ਨਹੀਂ ਹੈ। ਅਸੀਂ ਜੋ ਵਰਣਨ ਕਰਾਂਗੇ, ਜੋ ਅਸੀਂ ਸਮਝਦੇ ਹਾਂ, ਜਿਹਨੂੰ ਬੁੱਧੀ ਨੇ ਸਮਝ ਲਿਆ ਹੈ, ਉਹ ਅੱਖਰਾਂ ਦੇ ਵਿੱਚ ਆ ਸਕਦਾ ਹੈ। ਇਸ ਕਰਕੇ ਇਹ ਸਾਰਾ ਸੰਸਾਰ ਅੱਖਰਾਂ ਦੇ ਵਿੱਚ ਆ ਜਾਂਦਾ ਹੈ। ਪਰ ਇਹ ਅੱਖਰ ਖਿਰ ਜਾਹੇਂਗੇ, ਓਏ ਅੱਖਰ ਇਨ ਮੈਂ ਨਾਹੇ। ਇਹ ਅੱਖਰ ਖਤਮ ਹੋ ਜਾਣਗੇ। ਦੁਨੀਆ ਦੀਆਂ ਬੜੀਆਂ ਬੋਲੀਆਂ ਨੇ, ਅੱਜ ਤੋਂ ਕਈ 100 ਸਾਲ ਪਹਿਲਾਂ ਚੱਲਦੀਆਂ ਸੀ, ਅੱਜ ਨਹੀਂ ਹੈਗੀਆਂ। ਹੋਰ ਵੀ ਬਹੁਤ ਬੋਲੀਆਂ ਨੇ, ਖਤਮ ਹੋਣ ਦੇ ਕੰਢੇ ਦੇ ਉੱਤੇ ਤੁਰੀਆਂ ਫਿਰਦੀਆਂ ਨੇ। ਕਈ ਲਿਪੀਆਂ ਨੇ ਜਿਹੜੀਆਂ ਪੜ੍ਹੀਆਂ ਹੀ ਨਹੀਂ ਜਾ ਰਹੀਆਂ। ਹੁਣ ਪਹਿਲਾਂ ਲਿਖਦੇ ਪਏ ਸੀ ਲੋਕ, ਪੱਥਰਾਂ 'ਤੇ ਲਿਖਿਆ ਲੋਕਾਂ ਨੇ, ਪੁਰਾਣੀਆਂ ਮੂਰਤੀਆਂ ਲੱਭ ਜਾਂਦੀਆਂ ਨੇ, ਗੁਫਾ ਲੱਭ ਜਾਂਦੀਆਂ ਨੇ, ਉਹ ਅਜੇ ਤੱਕ ਪੜ੍ਹੀਆਂ ਹੀ ਨਹੀਂ ਜਾਂਦੀਆਂ ਵੀ ਕੀ ਲਿਖਿਆ ਤੇ ਕੀ ਨਹੀਂ ਲਿਖਿਆ। ਉਸ ਵੇਲੇ ਪ੍ਰਚਲਿਤ ਸੀ, ਹੁਣ ਕੋਈ ਪੜ੍ਹ ਨਹੀਂ ਸਕਦਾ, ਖਤਮ ਹੋ ਗਈਆਂ। ਇਹ ਅੱਖਰ ਖਿਰ ਜਾਹੇਂਗੇ, ਇਸ ਕਰਕੇ ਅੱਖਰ ਚਲੇ ਜਾਣਗੇ। ਇਹ ਜੋ ਅੱਖਰ ਸਾਹਮਣੇ ਨੇ ਇਹ ਖਤਮ ਹੋ ਜਾਵੇਗਾ। ਪਰ ਓਏ ਅੱਖਰ ਇਨ ਮਹਿ ਨਾਹੇ, ਅਸਲ ਦੇ ਵਿੱਚ ਜਿੱਥੇ ਵਾਹਿਗੁਰੂ ਦੀ ਗੱਲ ਹੈ ਨਾ ਉੱਥੇ ਆ ਅੱਖਰ ਲਾਗੂ ਨਹੀਂ ਹੁੰਦੇ। ਓਏ ਅੱਖਰਾਂ ਤੋਂ ਉੱਤੇ ਦੀ ਗੱਲ ਹੈ ਵਾਹਿਗੁਰੂ ਦੀ ਗੱਲ ਕਰਨੀ। ਕੁਝ ਕੁਝ ਤੇ ਬੋਲਿਆ ਜਾ ਸਕਦਾ ਹੈ ਪਰ ਸਾਰਾ ਕੁਝ ਨਹੀਂ ਉਹਦੇ ਬਾਰੇ ਬੋਲਿਆ ਜਾ ਸਕਦਾ। ਓਏ ਅੱਖਰ ਇਨ ਮੈਂ ਨਾਹੇ, ਜਿਨ੍ਹਾਂ ਅੱਖਰਾਂ ਦੇ ਨਾਲ ਵਾਹਿਗੁਰੂ ਦੀ ਗੱਲ ਹੋਣੀ ਹੈ ਉਹ ਅੱਖਰ ਇੱਥੇ ਨਹੀਂ ਨੇ।
ਇੱਕ ਬਚਨ ਆਪਾਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਸਮਝ ਲਈਏ, ਫਿਰ ਸਾਡੇ ਲਈ ਇਹ ਵਿਚਾਰ ਕਰਨੀ ਸੌਖੀ ਹੋ ਜਾਵੇਗੀ। ਜੇ ਅਸੀਂ ਰੱਬ ਦੀ ਬੰਦਗੀ ਕਰਨੀ ਹੋਵੇ, ਸਾਡੇ ਕੋਲ ਕੀ ਹੈ? ਅੱਖਰ ਹੀ ਤੇ ਹੈ ਨਹੀਂ ਨਾ, ਅੱਖਰੀ ਨਾਮ। ਜੇ ਅਸੀਂ ਉਹਦੀ ਸਿਫਤ ਸਲਾਹ ਕਰਨੀ ਹੋਵੇ, ਉਹਦੀ ਉਸਤਤ ਕਰਨੀ ਹੋਵੇ, ਫਿਰ ਵੀ ਅੱਖਰ ਹੀ ਬੋਲਾਂਗੇ ਨਾ ਵੀ ਵਾਹਿਗੁਰੂ ਤੂੰ ਬੜਾ ਵੱਡਾ ਹੈ, ਤੂੰ ਬੜਾ ਉੱਚਾ ਹੈ, ਅੱਖਰੀ ਸਾਲਾਹ। ਜੇ ਰੱਬ ਦਾ ਗਿਆਨ ਪ੍ਰਾਪਤ ਕਰਨਾ ਹੋਵੇ, ਫਿਰ ਵੀ ਸਾਡੇ ਕੋਲ ਅੱਖਰ ਹੀ ਨੇ। ਜੇ ਉਹਦੇ ਗੀਤ ਗਾਉਣੇ ਨੇ, ਉਹਦਾ ਗੁਣ ਗਾਉਣੇ ਨੇ, ਫਿਰ ਵੀ ਤੇ ਸਾਡੇ ਕੋਲ ਅੱਖਰ ਹੀ ਨੇ। ਅੱਖਰਾਂ ਤੋਂ ਬਿਨਾਂ ਕੀ ਹੈ? ਜੇ ਅੱਖਰ ਨਾ ਹੋਣ ਫਿਰ ਸਾਡੇ ਪੱਲੇ ਕੀ ਹੈ? ਅੱਖਰੀ ਗਿਆਨ ਗੀਤ ਗੁਣ ਗਾਹ, ਅੱਖਰੀ ਲਿਖਣ ਬੋਲਣ ਬਾਣ। ਜੇ ਉਹਦੇ ਬਾਰੇ ਕੁਝ ਲਿਖਣਾ ਹੈ, ਫਿਰ ਵੀ ਤੇ ਅੱਖਰਾਂ ਦੇ ਨਾਲ ਹੀ ਲਿਖਿਆ ਜਾ ਸਕਦਾ ਨਾ। ਉਹਦੀ ਬਾਣੀ ਲਿਖੀ ਹੈ, ਬਾਣੀ ਅੱਖਰ ਹੀ ਤੇ ਹੈ ਨੇ ਨਾ। ਅੱਖਰੀ ਲਿਖਣ ਬੋਲਣ ਬਾਣ, ਅੱਖਰਾਂ ਸਿਰ ਸੰਜੋਗ ਵਖਾਣ। ਅੱਖਰਾਂ ਦੇ ਨਾਲ ਕੀ ਹੈ? ਸਾਡਾ ਸੰਜੋਗ ਹੁੰਦਾ ਹੈ। ਗੁਰੂ ਨਾਨਕ ਸਾਹਿਬ ਦੇ ਨਾਲ ਹੁਣ ਜਿਹੜਾ ਸਾਡਾ ਸੰਬੰਧ ਜੁੜਦਾ ਹੈ, ਉਹ ਅੱਖਰਾਂ ਦੇ ਨਾਲ ਹੀ ਤੇ ਜੁੜਦਾ ਹੈ। ਅੱਖਰ ਹੈ ਨੇ ਸਾਡੇ ਸਾਹਮਣੇ ਤੇ ਸੰਬੰਧ ਜੁੜ ਗਿਆ ਹੈ। ਅੱਖਰ ਨਾ ਹੋਣ ਤੇ ਅੱਜ ਤੋਂ 2000 ਸਾਲ ਪਹਿਲਾਂ ਜਿਹੜੀਆਂ ਲਿਖਤਾਂ ਪਈਆਂ ਸੀ, ਕੌਣ ਵੇਖਦਾ? ਅੱਖਰ ਨਾ ਹੁੰਦੇ ਤੇ ਕੌਣ ਲਿਖਦਾ? ਇਸ ਕਰਕੇ ਅੱਖਰਾਂ ਦੀ ਦੁਨੀਆ ਬੜੇ ਕਮਾਲ ਦੀ ਹੈ। ਅੱਖਰਾਂ ਸਿਰ ਸੰਜੋਗ ਵਖਾਣ, ਪਰ ਦਾਤਾਰ ਕੀ ਕਹਿੰਦੇ? ਜਿਨ ਇਹ ਲਿਖੇ ਤਿਸ ਸਿਰ ਨਾਹੇ। ਜਿਸ ਰੱਬ ਨੇ ਇਹ ਅੱਖਰਾਂ ਦੇ ਵਿੱਚ ਸਾਨੂੰ ਪਾ ਦਿੱਤਾ ਹੈ, ਸਾਡਾ ਸੰਬੰਧ ਬਣਾ ਦਿੱਤਾ ਹੈ ਨਾ, ਤਿਸ ਸਿਰ ਨਾਹੇ। ਉਹਦੇ ਸਿਰ ਦੇ ਉੱਤੇ ਅੱਖਰ ਨਹੀਂ ਨੇ, ਉਹ ਅੱਖਰਾਂ ਤੋਂ ਉੱਤੇ ਹੈ। ਉਹ ਅੱਖਰਾਂ ਦੇ ਅਧੀਨ ਨਹੀਂ ਆ ਸਕਦਾ। ਕੁਝ ਉਹਦੇ ਬਾਰੇ ਬੋਲਿਆ ਜਾ ਸਕਦਾ ਹੈ, ਪਰ ਅੱਖਰ ਉਹਦੇ ਬਾਰੇ ਸਾਰਾ ਕੁਝ ਕਦੀ ਨਹੀਂ ਬੋਲ ਸਕਦੇ। ਅੱਖਰ ਛੋਟੇ ਨੇ, ਵਾਹਿਗੁਰੂ ਵੱਡਾ ਹੈ। ਇਸ ਕਰਕੇ ਇਹ ਅੱਖਰ ਖਿਰ ਜਾਹੇਂਗੇ। ਇਹ ਜਿਹੜੇ ਅੱਖਰ ਨੇ ਨਾ, ਇਹ ਤੇ ਭਾਈ ਖਤਮ ਹੋ ਜਾਣਗੇ। ਉਹ ਇਹ ਅੱਖਰ ਇਨਮੈ ਨਾਹੀ। ਜਿਹੜਾ ਰੱਬ ਰੂਪੀ ਅੱਖਰ ਹੈ ਨਾ, ਵਾਹਿਗੁਰੂ ਹੈ, ਉਹ ਇਹਨਾਂ ਅੱਖਰਾਂ ਦੇ ਵਿੱਚ ਨਹੀਂ ਬਿਆਨ ਕੀਤਾ ਜਾ ਸਕਦਾ। ਹੁਣ ਇਹ ਤੇ ਖਿਆਲ ਹੈ ਵੀ ਜੇ ਬਿਆਨ ਨਹੀਂ ਕੀਤਾ ਤਾਂ ਫਿਰ ਲਿਖ ਕਾਹਦੇ ਲਈ ਦਿੱਤਾ? ਇਹ ਸਿਰਫ ਇੰਨੀ ਕੁ ਗੱਲ ਹੈ ਵੀ ਜਦੋਂ ਅਸੀਂ ਪੇਪਰ ਦੇਣ ਜਾਂਦੇ ਹਾਂ ਤੇ ਆਨਸਰ ਸ਼ੀਟ ਸਾਨੂੰ ਜਿਹੜੀ ਮਿਲੀ ਹੁੰਦੀ ਹੈ, ਖਾਸ ਕਰਕੇ ਜਦੋਂ ਗ੍ਰੈਜੂਏਸ਼ਨ ਲੈਵਲ ਦੇ ਉੱਤੇ ਆਪਾਂ ਪਹੁੰਚ ਜਾਂਦੇ ਹਾਂ, ਤੇ ਫਿਰ ਸਾਨੂੰ ਜੋ ਅਸੀਂ ਕਰਦੇ ਰਹੇ ਹਾਂ ਹੁਣ ਦਾ ਸਾਨੂੰ ਪਤਾ ਨਹੀਂ, ਉਹਦੇ ਵਿੱਚ ਕੀ ਹੈ ਵੀ ਉਹ ਮੰਨ ਲਓ ਵੀ 30 ਪੇਜ ਸਾਨੂੰ ਮਿਲੇ, 32 ਪੇਜ ਮਿਲੇ, 36 ਪੇਜ ਮਿਲੇ, ਵੀ ਤੁਸੀਂ 3 ਘੰਟੇ 'ਚ ਇੰਨਾ ਲਿਖਣਾ ਹੈ। ਹੁਣ ਲਿਖਣਾ ਤੇ ਉੱਥੇ ਸਿਰਫ ਲਿਮਿਟ ਹੈ ਵੀ ਤੁਸੀਂ 36 ਪੇਜ ਹੀ ਲਿਖਣੇ, ਜੇ ਲਿਖ ਸਕਦੇ ਜੇ 3 ਘੰਟਿਆਂ ਦੇ ਵਿੱਚ। ਤੇ ਪਰ ਪੜ੍ਹ ਕੇ ਤੇ 36 ਪੇਜ ਨਹੀਂ ਸੀ ਨਾ ਗਏ। ਪੜ੍ਹ ਕੇ ਤੇ ਬੰਦਾ 1000 ਪੇਜ ਦੀ ਕਿਤਾਬ ਵੀ ਜਾਂਦਾ ਹੈ, 2000 ਪੇਜ ਦੀਆਂ ਕਿਤਾਬਾਂ ਵੀ ਜਾਂਦਾ, 6 ਮਹੀਨੇ ਪੜ੍ਹਦਾ ਰਹਿੰਦਾ, ਕਈ ਹਜ਼ਾਰ ਪੇਜ ਬੰਦਾ ਉਹਦਾ ਅੱਖਾਂ ਤੇ ਗੁੰਦੀ ਕੱਢ ਦਿੰਦਾ। ਪਰ ਲਿਖਦਾ ਕਿੰਨਾ ਕੁ ਹੈ? ਸਿਰਫ 3 ਘੰਟੇ ਲਿਖਣੇ ਹੁੰਦੇ ਨੇ ਉਹਨੇ। 3 ਘੰਟੇ ਦੇ ਵਿੱਚ ਜੋ ਲਿਖਿਆ ਗਿਆ ਲਿਖ ਦਿੱਤਾ ਗਿਆ, ਲਿਮਿਟ ਹੈ। ਇਸ ਕਰਕੇ ਪਤਾ ਬਹੁਤ ਕੁਝ ਹੁੰਦਾ ਹੈ, ਪਰ ਲਿਖਿਆ ਕੁਝ ਜਾਂਦਾ ਹੈ। ਅਨੁਭਵ ਬੜਾ ਬਹੁਤ ਕੁਝ ਹੈ, ਪਰ ਅੱਖਰ ਦੀ ਸੀਮਿਤਤਾ ਤਾਈ ਹੁੰਦੀ ਹੈ ਵੀ ਅੱਖਰ ਸਾਰਾ ਕੁਝ ਨਹੀਂ ਉਹਦੇ ਬਾਰੇ ਬੋਲ ਸਕਦੇ। ਇਸ ਕਰਕੇ ਉਹ ਅੱਖਰ ਇਨਮੈ ਨਾਹੀ। ਅੱਖਰਾਂ ਦੇ ਵਿੱਚ ਤੇ ਬਹੁਤ ਕੁਝ ਘੱਟ ਆਉਂਦਾ ਹੈ, ਅਨੁਭਵ ਦੀ ਦੁਨੀਆ ਤੇ ਬੜੀ ਪਰੇ ਹੈ। ਅੱਖਰ ਤੇ ਸਿਰਫ ਸਮਝ ਲਓ ਵੀ ਇੱਕ ਰਸਤਾ ਵਿਖਾਉਣ ਦਾ ਕਾਰਨ ਬਣ ਗਏ। ਗੁਰਬਾਣੀ ਤੋਂ ਮਾਲਕ ਦਾ ਨਾਮ ਪ੍ਰਾਪਤ ਹੋ ਗਿਆ, ਪਰ ਅਨੁਭਵ ਇਹਦੇ ਤੋਂ ਵੀ ਅੱਗੇ ਦੀਆਂ ਗੱਲਾਂ ਨੇ। ਅੱਖਰ ਅਨੁਭਵ ਕਦੀ ਬਿਆਨ ਹੀ ਨਹੀਂ ਕਰ ਸਕਦੇ। ਇੱਕ ਹੋਰ ਉਦਾਹਰਣ ਕਹਿ ਕੇ ਤੇ ਫਿਰ ਅਸੀਂ ਬਾਣੀ ਸ਼ੁਰੂ ਕਰਾਂਗੇ, ਕਿਉਂਕਿ ਅੱਖਰ ਬਹੁਤ ਕਮਾਲ ਦੀ ਚੀਜ਼ ਹੈ, ਪਰ ਅੱਖਰ ਐਂਡ ਨਹੀਂ ਹੈ। ਅੱਖਰ ਜਿਹੜੇ ਨੇ ਨਾ, ਇੱਦਾਂ ਕਹਿ ਲਓ ਵੀ ਇਸ ਦੁਨੀਆ ਦੇ ਵਿੱਚ ਰੱਬ ਤੋਂ ਦੂਜੀ ਚੀਜ਼ ਹੈ ਅੱਖਰ। ਬੰਦੇ ਕਈ ਆਉਂਦੇ, ਕਈ ਖਤਮ ਹੋ ਜਾਂਦੇ ਨੇ। ਅੱਖਰ ਏਡੀ ਜਲਦੀ ਖਤਮ ਨਹੀਂ ਹੁੰਦੇ, ਸ਼ਬਦ ਏਡੀ ਜਲਦੀ ਖਤਮ ਨਹੀਂ ਹੁੰਦੇ। ਅੱਖਰ ਰੱਬ ਤੋਂ ਦੂਜਾ ਨਾਮ ਹੈ। ਇਸ ਕਰਕੇ ਮਹਾਰਾਜ ਨੇ ਸ਼ਬਦ ਨੂੰ ਗੁਰੂ ਕਿਹਾ ਹੈ। ਅੱਖਰ ਰੱਬ ਤੋਂ ਦੂਜੀ ਚੀਜ਼ ਹੈ, ਸੈਕੰਡਰੀ ਹੈ। ਜਦੋਂ ਦੂਈ ਕੁਦਰਤ ਹੈ ਨਾ, ਅੱਖਰ ਇਸ ਪਾਸੇ ਦੀ ਗੱਲ ਹੈ। ਪਰ ਨਾਲ ਕੀ ਹੈ? ਅੱਖਰਾਂ ਦੇ ਵਿੱਚ ਉਹਨੂੰ ਸਾਰਾ ਕਦੀ ਨਹੀਂ ਬਿਆਨ ਕੀਤਾ ਜਾ ਸਕਦਾ। ਬਾਬਾ ਕਬੀਰ ਕਹਿੰਦੇ ਨੇ ਕਿ ਜੇ ਮੈਂ ਸਾਰੀ ਧਰਤੀ ਨੂੰ, ਮੈਂ ਜਿਹੜਾ ਹੈ ਨਾ ਉਹ ਸਾਰੀ ਬਨਸਪਤੀ ਨੂੰ ਕਲਮ ਬਣਾ ਲਵਾਂ, ਸਾਰੀ ਧਰਤੀ ਨੂੰ, ਜ਼ਮੀਨ ਨੂੰ ਜੇ ਮੈਂ ਕਾਗਜ਼ ਬਣਾ ਲਵਾਂ ਤੇ ਰੱਬ ਨੂੰ ਲਿਖਣਾ ਸ਼ੁਰੂ ਕਰ ਦੇਵਾਂ ਰੱਬ ਦੇ ਬਾਰੇ, ਤਾਂ ਵੀ ਨਹੀਂ ਲਿਖ ਸਕਦਾ ਉਹ। ਮੈਂ ਤਾਂ ਵੀ ਨਹੀਂ ਲਿਖ ਸਕਦਾ ਉਹਦੇ ਬਾਰੇ। ਇਸ ਕਰਕੇ ਇਹ ਅੱਖਰ ਖਿਰ ਜਾਹੇਂਗੇ। ਅੱਖਰਾਂ ਤੋਂ ਇਨਫੋਰਮੇਸ਼ਨ ਲੈਣੀ ਹੈ, ਅੱਖਰਾਂ ਤੋਂ ਜਾਣਕਾਰੀ ਲੈਣੀ ਹੈ, ਪਰ ਉਹ ਇਹ ਅੱਖਰ ਇਨਮੈ ਨਾਹੀ। ਰੱਬ ਇਹਨਾਂ ਅੱਖਰਾਂ ਤੋਂ ਉੱਤੇ ਹੈ। ਰੱਬ ਸੀਮਤ ਨਹੀਂ ਕੀਤਾ ਜਾ ਸਕਦਾ ਅੱਖਰਾਂ ਦੇ ਵਿੱਚ। ਜਹਾਂ ਬੋਲ ਤਹ ਅਕਸ਼ਰ ਆਵਾ। ਜਿੱਥੇ ਵੀ ਬੋਲਾਂਗੇ ਉੱਥੇ ਅਕਸ਼ਰ ਆ ਹੀ ਜਾਣਗੇ, ਉੱਥੇ ਅੱਖਰ ਆ ਹੀ ਜਾਣਗੇ। ਜੋ ਬੋਲਿਆ ਹੈ ਉਹ ਅੱਖਰਾਂ ਦੇ ਵਿੱਚ ਲਿਖਿਆ ਹੀ ਜਾਵੇਗਾ। ਜਹਾਂ ਅਬੋਲ ਤਹ ਮਨ ਨਾ ਰਹਾਵਾ। ਪਰ ਜਿੱਥੇ
ਜਿਸ ਅਵਸਥਾ ਨੂੰ ਬੋਲਿਆ ਨਹੀਂ ਜਾ ਸਕਦਾ। ਬਹੁਤੀਆਂ ਜਿਹੜੀਆਂ ਅਵਸਥਾਵਾਂ ਹੁੰਦੀਆਂ ਨੇ ਨਾ, ਅਸੀਂ ਬੋਲ ਨਹੀਂ ਸਕਦੇ, ਉਹਦੇ ਲਈ ਅੱਖਰ ਹੀ ਹੈ ਨਹੀਂ ਸਾਡੇ ਕੋਲ। ਅਸੀਂ ਅਕਸਰ ਉਦਾਹਰਨ ਲੈਂਦੇ ਹੁੰਦੇ ਹਾਂ ਵੀ ਬੱਚਾ ਆਪਣੀ ਮਾਂ ਨੂੰ ਪੁੱਛੇ ਵੀ ਮਾਂ ਤੂੰ ਮੈਨੂੰ ਕਿੰਨਾ ਪਿਆਰ ਕਰਦੀ ਹੈ, ਅਤੇ ਮਾਂ ਦੇ ਕੋਲ ਕੀ ਅੱਖਰ ਨੇ? ਇਹੋ ਹੀ ਨੇ ਵੀ ਮੈਂ ਤੈਨੂੰ ਬਹੁਤ ਪਿਆਰ ਕਰਦੀ ਹਾਂ। ਹੁਣ ਮਾਂ ਗ੍ਰੰਥ ਥੋੜ੍ਹਾ ਲਿਖ ਸਕਦੀ ਉੱਥੇ ਵੀ ਲੈ ਤੈਨੂੰ ਮੈਂ 1000 ਪੇਜ ਲਿਖ ਕੇ ਦੇਵਾਂ ਵੀ ਮੈਂ ਤੈਨੂੰ ਕਿੰਨਾ ਪਿਆਰ ਕਰਦੀ ਹਾਂ। ਸਿਰਫ ਇਹੋ ਹੀ ਅੱਖਰ ਨੇ ਮਾਂ ਦੇ ਕੋਲ। ਮੁੜ ਘੁੜ ਕੇ ਫਿਰ ਗੱਲ ਉੱਥੇ ਹੀ ਆਵੇਗੀ ਵੀ ਮੈਂ ਤੈਨੂੰ ਬੜਾ ਪਿਆਰ ਕਰਦੀ ਹਾਂ। ਅਤੇ ਬੱਚੇ ਨੂੰ ਕੀ ਨਿਸ਼ਾ ਹੈ ਇਹਨਾਂ ਅੱਖਰਾਂ ਦੇ ਨਾਲ ਵੀ ਮੈਂ ਤੈਨੂੰ ਬੜਾ ਪਿਆਰ ਕਰਦੀ ਹਾਂ? ਹੁਣ ਸੋਚਦਾ ਵੀ ਇਹ ਤਾਂ ਨਿੱਕੀ ਜਿਹੀ ਗੱਲ ਕਰ ਦਿੱਤੀ। ਉਹ ਅੱਖਰ ਦੀ ਲਿਮਿਟ ਹੈ, ਅੱਖਰ ਜਾ ਹੀ ਨਹੀਂ ਸਕਦਾ। ਅਤੇ ਕਿਸੇ ਵੇਲੇ ਮਾਂ ਬੋਲਦੀ ਵੀ ਨਹੀਂ ਹੈ, ਸਿਰਫ ਉਹਦਾ ਮੱਥਾ ਚੁੰਮ ਲੈਂਦੀ ਹੈ ਵੀ ਮੈਂ ਤੈਨੂੰ ਇੰਨਾ ਪਿਆਰ ਕਰਦੀ ਹਾਂ। ਬਸ ਇੱਥੇ ਹੁਣ ਅੱਖਰ ਬੋਲਿਆ ਵੀ ਨਹੀਂ ਗਿਆ। ਔਰ ਉਸ ਅੱਖਰ ਦੇ ਨਾਲੋਂ ਜ਼ਿਆਦਾ ਕਮਾਲ ਦੀ ਗੱਲ ਇਹ ਹੋ ਗਈ, ਅੱਖਰ ਬੋਲਣ ਤੋਂ ਬਿਨਾਂ ਸਿਰਫ ਮੂੰਹ ਚੁੰਮ ਕੇ ਦੱਸ ਦਿੱਤਾ ਉਹਨੇ ਵੀ ਮੈਂ ਤੈਨੂੰ ਕਿੰਨਾ ਪਿਆਰ ਕਰਦੀ ਹਾਂ। ਅਸੀਂ ਆਪਣੇ ਬੱਚਿਆਂ ਨੂੰ, ਪਰਿਵਾਰ ਦੇ ਮੈਂਬਰਾਂ ਨੂੰ ਗਲੇ ਮਿਲਦੇ ਹਾਂ, ਜਦੋਂ ਗਲੇ ਮਿਲਦੇ ਹਾਂ ਤਾਂ ਅਸੀਂ ਕੀ ਬੋਲਦੇ ਪਏ ਹੁੰਦੇ? ਕੁਝ ਵੀ ਨਹੀਂ ਬੋਲਦੇ ਪਏ ਹੁੰਦੇ। ਗਲੇ ਮਿਲਣ ਦਾ ਅਹਿਸਾਸ ਹੁੰਦਾ ਹੈ, ਇਹ ਬੋਲੀ ਹੈ। ਜਿੱਥੇ ਅਬੋਲ ਹੈ, ਜਿੱਥੇ ਬੋਲਿਆ ਨਹੀਂ ਜਾ ਸਕਦਾ, ਤਹਿ ਮਨ ਨਾ ਰਹਾਵਾ, ਉੱਥੇ ਮਨ ਰਹਿੰਦਾ ਹੀ ਨਹੀਂ ਹੈ। ਮਨ ਪਰੇ ਹੋ ਜਾਂਦਾ ਇਹਨਾਂ ਚੀਜ਼ਾਂ ਦੇ ਵਿੱਚੋਂ। ਜਿੱਥੇ ਲਿਖਿਆ ਜਾਵੇਗਾ ਮਨ ਉੱਥੇ ਹਾਜ਼ਰ ਹੋਵੇਗਾ, ਜਿੱਥੇ ਨਹੀਂ ਲਿਖਿਆ ਜਾ ਰਿਹਾ, ਮਹਿਸੂਸ ਕੀਤਾ ਜਾ ਰਿਹਾ ਹੈ, ਉੱਥੇ ਮਨ ਰਹਿੰਦਾ ਹੀ ਨਹੀਂ ਹੈ। ਉੱਥੇ ਮਨ ਤੋਂ ਉੱਤੇ ਦੀਆਂ ਗੱਲਾਂ ਚੱਲਦੀਆਂ ਪਈਆਂ ਹੁੰਦੀਆਂ ਨੇ। ਇਸ ਕਰਕੇ ਮਹਾਰਾਜ ਜਦੋਂ ਵੀ ਲਿਖਦੇ ਨੇ, ਇੱਕ ਵਹਿਣ ਦੇ ਵਿੱਚ ਲਿਖਦੇ ਨੇ, ਇੱਕ ਗੀਤ ਦੇ ਵਿੱਚ ਲਿਖਦੇ ਨੇ, ਇੱਕ ਮਸਤੀ ਦੇ ਵਿੱਚ ਲਿਖਦੇ ਨੇ। ਇਸੇ ਕਰਕੇ ਤੁਸੀਂ ਜਪਜੀ ਸਾਹਿਬ ਪੜ੍ਹ ਕੇ ਵੇਖ ਲਓ, ਵਾਰਿਆ ਨਾ ਜਾਵਾਂ ਇੱਕ ਵਾਰ, ਕਿੰਨੀ ਵਾਰ ਜਪਜੀ ਸਾਹਿਬ ਦੇ ਵਿੱਚ ਆ ਜਾਂਦਾ। ਸਭਨਾ ਜੀਆਂ ਕਾ ਇੱਕ ਦਾਤਾ, ਦੋਹਰੀ ਵਾਰ ਆ ਜਾਂਦਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ। ਸੁਣਿਆ ਨੂੰ ਸ਼ੁਰੂ ਹੁੰਦਾ, ਸੁਣੇ ਕਿੰਨੀ ਵਾਰ ਆ ਜਾਂਦਾ। ਮੰਨੇ ਸ਼ੁਰੂ ਹੁੰਦਾ ਤੇ ਮੰਨੇ ਆ ਜਾਂਦਾ ਹੈ। ਇੱਕ ਵਹਿਣ ਦੇ ਵਿੱਚ ਲਿਖਿਆ ਜਾਣਾ, ਜਿੱਥੇ ਮਨ ਮਾਈਨਸ ਹੋ ਗਿਆ ਹੈ, ਬਸ ਲਿਖਿਆ ਜਾ ਰਿਹਾ ਹੈ। ਅਬ ਬਾਹਰ ਦੀਆਂ ਇਨਫੋਰਮੇਸ਼ਨ, ਦਿਮਾਗੀ ਗੱਲਾਂ ਮਨ ਲਿਖਦਾ ਹੈ। ਜਿੱਦਣ ਵਹਿਣ ਲਿਖਦਾ ਹੈ, ਉਦੋਂ ਮਨ ਨਹੀਂ ਲਿਖਦਾ ਪਿਆ ਹੁੰਦਾ, ਉਦੋਂ ਦਿਲ ਲਿਖਦਾ ਪਿਆ ਹੁੰਦਾ ਹੈ। ਜਹਾਂ ਅਬੋਲ, ਜਿੱਥੇ ਅਬੋਲ ਅਵਸਥਾ ਹੈ, ਭਾਵ ਕਿ ਜਿਨ੍ਹਾਂ ਅਵਸਥਾਵਾਂ ਨੂੰ ਬੋਲ ਨਹੀਂ ਬੋਲ ਸਕਦੇ, ਤਹਿ ਮਨ ਨਾ ਰਹਾਵਾ, ਉੱਥੇ ਮਨ ਨਹੀਂ ਟਿਕ ਸਕਦਾ ਹੈ, ਉੱਥੇ ਮਨ ਰਹਿੰਦਾ ਹੀ ਨਹੀਂ ਹੈ। ਬੋਲ ਅਬੋਲ ਮਦ ਹੈ ਸੋਈ, ਤੇ ਭਾਵੇਂ ਕੁਝ ਲਿਖਿਆ ਜਾ ਸਕਦਾ ਹੈ ਤਾਂ ਭਾਵੇਂ ਕੁਝ ਨਹੀਂ ਲਿਖਿਆ ਜਾ ਸਕਦਾ। ਸਾਰਾ ਕੁਝ ਨਹੀਂ ਲਿਖਿਆ ਜਾ ਸਕਦਾ, ਆਪਾਂ ਹੁਣੇ ਵਿਚਾਰਿਆ। ਭਾਵੇਂ ਕੁਝ ਲਿਖਿਆ ਜਾ ਸਕਦਾ ਹੈ, ਭਾਵੇਂ ਕੁਝ ਨਹੀਂ ਲਿਖਿਆ ਜਾ ਸਕਦਾ। ਰੱਬ ਦੋਵਾਂ ਅਵਸਥਾਵਾਂ ਦੇ ਵਿੱਚ ਓਨਾ ਹੈ। ਗੂੰਗਿਆਂ ਦੇ ਵਿੱਚ ਵੀ ਓਨਾ ਹੈ, ਬੋਲਣ ਵਾਲਿਆਂ ਦੇ ਵਿੱਚ ਵੀ ਓਨਾ ਹੀ ਹੈ। ਜਿੱਥੇ ਸ਼ਬਦ ਮੁੱਕ ਗਏ ਉਹ ਉੱਥੇ ਵੀ ਓਨਾ ਹੈ, ਜਿੱਥੇ ਸ਼ਬਦ ਚੱਲਦੇ ਪਏ ਨੇ ਉੱਥੇ ਵੀ ਉਹ ਓਨਾ ਹੀ ਹੈ। ਜਸ ਉਹ ਹੈ ਤਸ ਲਖੈ ਨਾ ਕੋਈ, ਤੇ ਜਿਹੋ ਜਿਹਾ ਵਾਹਿਗੁਰੂ ਹੈ ਉਹਦੇ ਬਾਰੇ ਤਾਂ ਕੋਈ ਬੋਲ ਵੀ ਨਹੀਂ ਸਕਦਾ। ਅੱਖਰ ਕੁਝ ਕੁ ਲਿਖ ਸਕਦੇ ਨੇ, ਪਰ ਸਾਰਾ ਕੀ ਲਿਖ ਸਕਦੇ ਨੇ? ਜਿੱਦਾਂ ਨਾ ਅੱਖਰਾਂ ਦੀ ਇੱਕ ਪ੍ਰੋਬਲਮ ਹੁੰਦੀ ਹੈ, ਇਹ ਸਾਨੂੰ ਸਮਝਣਾ ਸੌਖਾ ਹੋ ਜਾਵੇਗਾ। ਜਿੱਦਾਂ ਪੰਜਾਬੀ ਦੇ ਵਿੱਚ 35 ਅੱਖਰ ਨੇ, ਅੰਗਰੇਜ਼ੀ ਦੇ ਵਿੱਚ 26 ਨੇ। ਹੁਣ ਪੰਜਾਬੀ ਵਾਲਾ ਇੱਕ ਸ਼ਬਦ ਹੈ ਸੜਕ, ਉਹਨੂੰ ਤੁਸੀਂ ਇੰਗਲਿਸ਼ ਦੇ ਵਿੱਚ ਲਿਖਣਾ ਹੋਵੇ, ਜਾਂ ਤੇ ਆਰ ਦੇ ਨਾਲ ਲਿਖਾਂਗੇ ਤੇ ਜਾਂ ਡੀ ਦੇ ਨਾਲ ਲਿਖਾਂਗੇ। ਪ੍ਰੋਬਲਮ ਹੈ, ਅੰਗਰੇਜ਼ੀ ਦੇ ਵਿੱਚ ਅੜਾੜਾ ਅੱਖਰ ਨਹੀਂ ਹੈ। ਹੁਣ ਜਾਂ ਤਾਂ ਸੜਕ ਬਣ ਜਾਏਗੀ ਜਾਂ ਸੜਕ ਬਣ ਜਾਵੇਗੀ, ਸੜਕ ਤੇ ਲਿਖਿਆ ਨਹੀਂ ਜਾਵੇਗਾ। ਪ੍ਰੋਬਲਮ ਹੈ ਨਾ ਇੰਗਲਿਸ਼ ਦੀ, ਉਹ ਨਹੀਂ ਲਿਖ ਸਕਦੀ ਉਹ ਅੱਖਰ ਨੂੰ, ਕਿਉਂਕਿ ਉਹਨਾਂ ਦੇ ਕੋਲ ਹੈ ਹੀ ਨਹੀਂ। ਇੱਦਾਂ ਕਈਆਂ ਬੋਲੀਆਂ ਦੇ ਵਿੱਚ ਟੈਂਕਾ ਅੱਖਰ ਨਹੀਂ ਹੈ, ਇਕੱਲਾ ਤੱਤਾ ਅੱਖਰ ਹੀ ਹੈ। ਇਹ ਕੀ ਹੁੰਦਾ ਹੈ? ਬੋਲੀ ਦੀ ਮਜਬੂਰੀ। ਸਾਰਾ ਕੁਝ ਬੋਲੀ ਨਹੀਂ ਲਿਖ ਪਾਉਂਦੀ। ਇਸ ਕਰਕੇ ਜਿਹੋ ਜਿਹਾ ਰੱਬ ਹੈ ਉਹਨੂੰ ਅੱਖਰ ਲਿਖ ਵੀ ਨਹੀਂ ਸਕਦੇ। ਅੱਖਰਾਂ ਦੀ ਪ੍ਰੋਬਲਮ ਹੈ, ਅੱਖਰ ਉਹਨੇ ਡਿਵੈਲਪ ਹੀ ਨਹੀਂ ਹੋ ਸਕੇ ਸਾਡੇ ਅਜੇ। ਔਰ ਜਦੋਂ ਅੱਖਰਾਂ ਦੇ ਵਿੱਚ ਆ ਗਏ ਤੇ ਬੁੱਧੀ ਦੀ ਗੱਲ ਹੋ ਗਈ, ਉਹ ਤੇ ਬੁੱਧੀ ਤੋਂ ਪਾਰ ਹੈ, ਅੱਖਰ ਬੁੱਧੀ ਦੇ ਅਧੀਨ ਨੇ। ਇਸ ਕਰਕੇ ਜਸ ਉਹ ਹੈ ਜਿਹੋ ਜਿਹਾ ਰੱਬ ਹੈ, ਤਸ ਲਖੈ ਨਾ ਕੋਈ, ਕੋਈ ਨਹੀਂ ਜਾਣਦਾ ਉਹ ਕਿੰਨਾ ਬੇਅੰਤ ਹੈ। ਅੱਲਾ ਲਹੋਂ ਤਾਂ ਕਿਆ ਕਹੋਂ, ਕਹੋਂ ਤਾਂ ਕੋ ਉਪਕਾਰ। ਬਾਬਾ ਕਬੀਰ ਸਾਹਿਬ ਕਹਿੰਦੇ, ਜੇ ਮੈਂ ਰੱਬ ਨੂੰ ਪ੍ਰਾਪਤ ਕਰ ਵੀ ਲਵਾਂ ਤੇ ਮੈਂ ਕਿਸੇ ਨੂੰ ਬੋਲ ਕੇ ਕੀ ਸੁਣਾਵਾਂਗਾ? ਜੇ ਮੈਂ ਸੁਣਾ ਵੀ ਦਿੰਦਾ ਹਾਂ ਤੇ ਇਹਦੇ ਵਿੱਚ ਕਿਸੇ ਦਾ ਫਾਇਦਾ ਵੀ ਕੀ ਹੋਵੇਗਾ? ਇਹ ਤਾਂ ਇੱਦਾਂ ਦੀ ਗੱਲ ਹੈ ਨਾ ਵੀ ਮੈਂ ਕਿਸੇ ਨੂੰ ਕਹਾਂ ਵੀ ਮੈਂ ਖੰਡ ਖਾਧੀ ਹੈ ਤੇ ਬੜੀ ਮਿੱਠੀ ਹੁੰਦੀ ਜੇ, ਮੇਰੇ ਮਿੱਠੇ ਕਹਿਣ ਦੇ ਨਾਲ ਤੁਹਾਨੂੰ ਥੋੜ੍ਹਾ ਮਿੱਠੀ ਲੱਗਣ ਲੱਗ ਪਵੇਗੀ। ਜੇ ਮੈਂ ਕਹਿ ਵੀ ਦਿੰਦਾ ਹਾਂ ਵੀ ਰੱਬ ਬੜਾ ਕਮਾਲ ਦਾ ਹੈ, ਉਹ ਤਾਂ ਸਿਰਫ ਮੈਂ ਹੀ ਕਹਿ ਰਿਹਾ ਹਾਂ ਨਾ, ਉਹਦੇ ਨਾਲ ਤੁਹਾਨੂੰ ਕੀ ਫਰਕ ਪੈ ਰਿਹਾ ਹੈ? ਕਹੋ ਤਾਂ ਕੋ ਉਪਕਾਰ। ਜੇ ਮੈਂ ਕਹਿ ਵੀ ਦਿੱਤਾ ਵੀ ਰੱਬ ਬੜੇ ਕਮਾਲ ਦਾ ਹੈ, ਇਹਦੇ ਨਾਲ ਦੁਨੀਆ ਨੂੰ ਕੀ ਫਰਕ ਪਵੇਗਾ? ਬਟਕ ਬੀਜ ਮਹਿ ਰਵ ਰਹਿਓ, ਜਾ ਕੋ ਤੀਨ ਲੋਕ ਵਿਸਥਾਰ। ਪਰ ਫਿਰ ਵੀ ਕਹਿੰਦੇ, ਮੈਂ ਇਸ ਕਰਕੇ ਕਹਿੰਦਾ ਹਾਂ
ਤੇ ਸ਼ਾਇਦ ਕਿਤੇ ਗੱਲ ਸੁਣ ਕੇ ਤੇ ਬੰਦਾ ਤੁਰ ਪਵੇ। ਜਿੱਦਾਂ ਬੋਹੜ ਦੇ ਦਰਖਤ ਦੇ ਵਿੱਚ, ਬੀਜ ਦੇ ਵਿੱਚ, ਬੋਹੜ ਦੇ ਬੀਜ ਦੇ ਵਿੱਚ ਬੋਹੜ ਦਾ ਦਰਖਤ ਹੁੰਦਾ ਹੈ, ਤੇ ਦਰਖਤ ਦੇ ਉੱਤੇ ਫਿਰ ਜਦੋਂ ਫਲ ਲੱਗ ਜਾਂਦੇ ਨੇ, ਬੀਜ ਲੱਗ ਜਾਂਦੇ ਨੇ, ਤਾਂ ਫਿਰ ਉਹਦੇ ਅੰਦਰ ਬੋਹੜ ਤਿਆਰ ਹੋ ਜਾਂਦਾ ਹੈ। ਸੰਸਾਰ ਦੇ ਵਿੱਚ ਰੱਬ ਤੇ ਰੱਬ ਦੇ ਵਿੱਚ ਸੰਸਾਰ ਇਦਾਂ ਵਿਸਥਾਰਿਤ ਹੈ। ਅੱਲ੍ਹ ਲਹੰਤਾ ਭੇਦ ਸ਼ੈ, ਕਸ਼ ਕਸ਼ ਪਾਇਓ ਭੇਦ। ਵਾਹਿਗੁਰੂ ਨੂੰ ਮਿਲਦਿਆਂ ਹੀ, ਲੈਂਦਿਆਂ ਹੀ ਭੇਦ ਸ਼ੈ, ਜਿਹੜੇ ਭੇਦ ਨੇ ਨਾ, ਮਨ ਦੇ ਵਲਵਲੇ ਨੇ, ਦੁਬਿਧਾਵਾਂ ਨੇ, ਖਤਮ ਹੋ ਗਈਆਂ, ਅਕਸ਼ੈ ਹੋ ਗਿਆ। ਕਸ਼ ਕਸ਼ ਪਾਇਓ ਭੇਦ, ਉਹਦੇ ਬਾਰੇ ਕੁਝ ਕੁਝ ਜਿਹੜਾ ਹੈ ਨਾ ਮੈਂ ਜਾਣ ਲਿਆ। ਗਿਆਨੀ ਸ਼ੇਰ ਸਿੰਘ ਹੋਣਾ ਨੇ ਇੱਕ ਗੱਲ ਲਿਖੀ ਆ ਅੱਖਰਾਂ ਦੇ ਬਾਰੇ, ਕਿਉਂਕਿ ਸ਼ਾਇਦ ਆਪ ਜੀ ਉਹਨਾਂ ਸਕੂਲਾਂ ਦੇ ਵਿੱਚ ਪੜ੍ਹੇ ਹੋਵੋਗੇ ਜਿੱਥੇ 5ਵੀਂ ਤੋਂ ਬਾਅਦ ਅੰਗਰੇਜ਼ੀ ਕੰਪਲਸਰੀ ਕੀਤੀ ਜਾਂਦੀ ਹੁੰਦੀ ਸੀ। ਹੁਣ ਤਾਂ ਛੋਟੀਆਂ ਕਲਾਸਾਂ ਦੇ ਵਿੱਚ ਹੋ ਗਈ ਹੈ। ਪਹਿਲਾਂ 5ਵੀਂ ਤੋਂ ਬਾਅਦ ਪੰਜਾਬ ਦੇ ਵਿੱਚ ਖਾਸ ਕਰਕੇ ਥੋੜ੍ਹੇ ਸਾਲ ਹੀ ਹੋਏ ਨੇ, ਜ਼ਿਆਦਾ ਸਮਾਂ ਨਹੀਂ ਹੋਇਆ। 5ਵੀਂ ਤੋਂ ਬਾਅਦ ਅੰਗਰੇਜ਼ੀ ਸ਼ੁਰੂ ਹੁੰਦੀ ਸੀ, ਅਤੇ ਉਹਦੇ ਵਿੱਚ ਕੀ ਸੀ ਕਿ ਉਹ ਕਹਿੰਦੇ ਮੈਨੂੰ ਸ਼ੁਰੂ 'ਚ ਬੜੀ ਔਖੀ ਲੱਗਦੀ ਸੀ। ਸਾਡੇ ਮਾਸਟਰ ਆਏ ਅਤੇ ਉਹਨਾਂ ਨੇ ਸਾਨੂੰ ਦੱਸਿਆ ਵੀ ਤੈਨੂੰ ਮੈਂ ਦੱਸ ਦੇਵਾਂਗਾ ਵੀ ਅੰਗਰੇਜ਼ੀ ਜਿਹੜੀ ਹੈ ਨਾ ਉਹ ਇੱਕੋ ਦਿਨ 'ਚ ਹੀ ਤੂੰ ਸਿੱਖ ਲਵੇਂਗਾ। ਕਹਿੰਦੇ ਵੀ ਪਰ ਆਈ ਮੇਰੇ ਕੋਲ ਕੱਲ੍ਹ, ਅਤੇ ਮੈਂ ਸੋਚਦਾ ਰਿਹਾ ਵੀ ਇੱਕੋ ਦਿਨ 'ਚ ਅੰਗਰੇਜ਼ੀ ਹੈ ਤਾਂ ਕਮਾਲ ਹੋ ਜੀ। ਜਿਹਨੂੰ ਨਹੀਂ ਨਾ ਆਉਂਦੀ ਉਹਦੇ ਲਈ ਅੰਗਰੇਜ਼ੀ ਬੜਾ ਵੱਡਾ ਹੋਊਗਾ ਵੀ ਪਤਾ ਨਹੀਂ ਅੰਗਰੇਜ਼ੀ ਕੀ ਹੈ। ਇੱਕੋ ਦਿਨ 'ਚ ਹੀ ਕਹਿੰਦੇ ਮੈਂ ਜਦੋਂ ਸਵੇਰ ਦਾ ਸਮਾਂ ਹੋਇਆ ਅਤੇ ਮੈਂ ਗਿਆ ਉਹਨਾਂ ਦੇ ਕੋਲ, ਅਤੇ ਉਹਨਾਂ ਨੇ ਮੈਨੂੰ ਇੱਕ ਕਾਗਜ਼ ਇਕੱਠਾ ਕਰਕੇ ਤੇ ਫੜਾ ਤਾ। ਕਹਿੰਦੇ ਵੀ ਇਹਨੂੰ ਇੱਥੇ ਨਹੀਂ ਖੋਲ੍ਹਣਾ, ਇਹਨੂੰ ਘਰ ਜਾ ਕੇ ਖੋਲ੍ਹੀ, ਇਹਨੂੰ ਸਮਝ ਲਵੇਂਗਾ ਤੈਨੂੰ ਸਾਰੀ ਅੰਗਰੇਜ਼ੀ ਆ ਜਾਣੀ ਹੈ। ਉਹ ਕਹਿੰਦੇ ਮੈਂ ਘਰ ਜਾ ਕੇ ਜਦੋਂ ਖੋਲ੍ਹ ਕੇ ਵੇਖਿਆ ਤਾਂ ਉੱਤੇ ਤੇ ABC ਲਿਖੀ ਹੋਈ ਸੀ, ਅਲਫਾਬੈਟਸ ਲਿਖੀ ਹੋਈ ਸੀ 26। ਅਤੇ ਕਹਿੰਦੇ ਵੀ ਮੇਰੇ ਦੋ ਮਨ 'ਚ ਖਿਆਲ ਆਏ ਵੀ ਵਾਕਿਆ ਹੀ ਜਿਹੜੀ ਗੱਲ ਉਹ ਮੈਨੂੰ ਕਹਿ ਰਹੇ ਨੇ ਗੱਲ ਤਾਂ ਠੀਕ ਹੈ ਵੀ ਸਾਰੀ ਅੰਗਰੇਜ਼ੀ ਇਹਨਾਂ 26 ਅੱਖਰਾਂ ਦੇ ਵਿੱਚ ਹੀ ਤਾਂ ਹੈ। ਇਹਨਾਂ 26 ਅੱਖਰਾਂ ਤੋਂ ਬਾਹਰ ਤਾਂ ਕੋਈ ਅੱਖਰ ਹੈ ਹੀ ਨਹੀਂ ਅੰਗਰੇਜ਼ੀ ਦਾ। ਜਿਹਨੂੰ 26 ਆ ਗਈ ਉਹਨੂੰ ਸਾਰੀ ਅੰਗਰੇਜ਼ੀ ਆ ਗਈ। ਅਤੇ ਗੱਲ ਇਹ ਸੀ ਵੀ ਮੈਂ ਇਹਨੂੰ ਹਊਆ ਸਮਝਦਾ ਪਿਆ ਹਾਂ, ਇਹ ਅਸਲ ਦੇ ਵਿੱਚ ਕੁਝ ਵੀ ਨਹੀਂ ਹੈ। ਕਸ਼ ਕਸ਼ ਪਾਇਓ ਭੇਦ, ਜਿੱਦਣ ਬੱਚਾ ਇਹ ਕਹਿਣੀ ਸਿੱਖ ਲੈਂਦਾ ਹੈ ਅੰਗਰੇਜ਼ੀ ਦੀ, ਪੰਜਾਬੀ ਦਾ ਊੜਾ ਕਹਿਣਾ ਸਿੱਖ ਲੈਂਦਾ ਹੈ, ਉਹਨੂੰ ਕੁਝ ਨਾ ਕੁਝ ਤਾਂ ਪਤਾ ਲੱਗਦਾ ਹੀ ਹੈ ਨਾ, ਪਰ ਸਾਰਾ ਕੁਝ ਤਾਂ ਪਤਾ ਨਹੀਂ ਨਾ ਲੱਗਦਾ। ਬੱਚੇ ਲਈ A ਐਪਲ ਹੀ ਹੁੰਦਾ ਹੈ, ਬੱਚੇ ਲਈ B ਬੈਟ ਹੀ ਹੁੰਦਾ ਹੈ, ਪਰ ਸਾਡੇ ਲਈ B ਬੈਟ ਤੇ ਨਹੀਂ ਹੈ। ਸਾਡੇ ਲਈ ਤਾਂ B ਬਹੁਤ ਕੁਝ ਹੈ। ਸਾਡੇ ਲਈ A ਇਕੱਲਾ ਐਪਲ ਨਹੀਂ ਹੈ, ਬੱਚੇ ਲਈ ਅਜੇ ਇਕੱਲਾ A ਐਪਲ ਹੀ ਹੈ। ਇਸ ਕਰਕੇ ਕਸ਼ ਕਸ਼ ਪਾਇਓ ਭੇਦ, ਜਦੋਂ ਮੈਂ ਮਾਲਕ ਦੇ ਬਾਰੇ ਜਾਣਿਆ, ਸਾਰਾ ਕੁਝ ਨਹੀਂ ਜਾਣ ਸਕਿਆ ਉਹਦੇ ਬਾਰੇ, ਪਰ ਕੁਝ ਕੁਝ ਉਹਦੇ ਬਾਰੇ ਜਾਣ ਲਿਆ ਹੈ। ਉਲਟ ਭੇਦ ਮਨ ਬੇਦਿਓ, ਪਾਇਓ ਅਭੰਗ ਅਸ਼ੇਦ। ਜਦੋਂ ਉਸ ਵਾਹਿਗੁਰੂ ਦੇ ਨਾਲ ਜੁੜ ਕੇ ਤੇ ਮਾਇਆ ਦੇ ਵੱਲੋਂ ਆਪਣੇ ਮਨ ਨੂੰ ਉਲਟਾ ਲਿਆ ਹੈ, ਮਨ ਵਿੰਨ ਲਿਆ ਹੈ ਵਾਹਿਗੁਰੂ ਦੇ ਵਿੱਚ, ਪਾਇਓ ਅਭੰਗ ਅਸ਼ੇਦ, ਤੇ ਫਿਰ ਇੱਦਾਂ ਦੀ ਗੱਲ ਹੈ ਅਵਿਨਾਸ਼ੀ ਵਾਹਿਗੁਰੂ ਪਾ ਲਿਆ ਹੈ ਜਿਹੜਾ ਨਾਸ਼ ਤੋਂ ਰਹਿਤ ਹੈ। ਤੁਰਕ ਤਰੀਕਤ ਜਾਨੀਐ, ਹਿੰਦੂ ਵੇਦ ਪੁਰਾਨ। ਭਾਈ ਤੁਰਕ ਉਹਨੂੰ ਮੰਨਿਆ ਜਾਂਦਾ ਹੈ ਜਿਹੜਾ ਤਰੀਕਤ ਦੇ ਉੱਤੇ ਚੱਲੇ, ਭਾਵ ਕਿ ਨਿਯਮਾਂ ਵਾਲੀਆਂ ਕਿਤਾਬਾਂ, ਸ਼ਰ੍ਹਾ ਵਾਲੀਆਂ ਕਿਤਾਬਾਂ ਜਿਹੜਾ ਪੜ੍ਹਦਾ ਪਿਆ ਹੈ ਵੀ ਕਿੱਦਾਂ ਧਾਰਮਿਕ ਜ਼ਿੰਦਗੀ ਜੀਣੀ ਹੈ। ਇੱਦਾਂ ਹਿੰਦੂ ਉਹਨੂੰ ਮੰਨਿਆ ਜਾਂਦਾ ਹੈ ਜਿਹੜਾ ਵੇਦਾਂ ਪੁਰਾਣਾਂ ਨੂੰ ਜਾਣਦਾ ਹੋਵੇ। ਬਾਬਾ ਕਬੀਰ ਸਾਹਿਬ ਕਹਿੰਦੇ ਮਨ ਸਮਝਾਵਨ ਕਾਰਨੇ, ਕਛੂਅਕ ਪੜ੍ਹੀਐ ਗਿਆਨ। ਇਸੇ ਤਰ੍ਹਾਂ ਮਨ ਨੂੰ ਸਮਝਾਉਣਾ ਹੁੰਦਾ ਹੈ ਤਾਂ ਗਿਆਨ ਪੜ੍ਹਿਆ ਜਾਂਦਾ ਹੈ। ਇਹ ਸਾਰਾ ਕੁਝ ਅੱਖਰ ਤਾਂ ਲਿਖੇ ਜਾਂਦੇ ਨੇ, ਤਾਂ ਬੋਲੇ ਜਾਂਦੇ ਨੇ, ਤਾਂ ਸਮਝੇ ਜਾਂਦੇ ਨੇ ਕਿ ਮਨ ਸਮਝ ਜਾਵੇ। ਜੇ ਮਨ ਨਹੀਂ ਸਮਝਦਾ ਤੇ ਇਹ ਅੱਖਰ ਜਸਟ ਇੱਕ ਭਾਰ ਲੱਦਿਆ ਹੋਇਆ ਹੈ, ਇਹਦੇ ਤੋਂ ਵੱਧ ਕੁਝ ਵੀ ਨਹੀਂ ਹੈ, ਚਾਹੇ ਉਹ ਬਾਹਰ ਦੀ ਪੜ੍ਹਾਈ ਹੈ, ਚਾਹੇ ਧਾਰਮਿਕ ਗ੍ਰੰਥਾਂ ਦੀ ਪੜ੍ਹਾਈ ਹੈ। ਫਿਰ ਓੰਕਾਰ ਆਦਿ ਮੈਂ ਜਾਨਾ, ਮੈਂ ਸਾਰਿਆਂ ਦਾ ਆਦਿ ਓੰਕਾਰ ਵਾਹਿਗੁਰੂ ਨੂੰ ਜਾਣਦਾ ਹਾਂ। ਲਿਖ ਅਰ ਮੇਟੈ ਤਾਹੇ ਨਾ ਮਾਨਾ, ਤੇ ਜਿਨ੍ਹਾਂ ਨੂੰ ਰੱਬ ਲਿਖਦਾ ਹੈ, ਜਿੱਦਾਂ ਅਸੀਂ ਪਹਿਲਾਂ ਲਿਖਦੇ ਹੁੰਦੇ ਸੀ ਨਾ, ਪੈਨਸਿਲਸ ਵਰਤਦੇ ਹੁੰਦੇ ਸੀ ਅਸੀਂ, ਅਤੇ ਨਾਲ ਉਹਦੇ ਰੇਜ਼ਰ ਸਾਨੂੰ ਮਿਲੀ ਹੁੰਦੀ ਸੀ। ਉਹ ਗਲਤ ਅੱਖਰ ਪੈ ਜਾਣਾ, ਲਿਖਿਆ ਰਹਿਣਾ, ਅਤੇ ਰੇਜ਼ਰ ਦੇ ਨਾਲ ਪਹਿਲਾਂ ਆਪਾਂ ਲਿਖਣਾ ਪੈਨਸਿਲ ਦੇ ਨਾਲ, ਅਤੇ ਰੇਜ਼ਰ ਦੇ ਨਾਲ ਉਹਨੂੰ ਸਾਫ਼ ਕਰ ਦੇਣਾ, ਇਰੇਜ਼ ਕਰ ਦੇਣਾ। ਇੱਦਾਂ ਅਸੀਂ ਦੁਨੀਆ ਦੇ ਵਿੱਚ ਆਉਂਦੇ ਹਾਂ। ਹੁਣ ਅਸੀਂ ਲਿਖੇ ਪਏ ਹਾਂ ਨਾ ਇਸ ਦੁਨੀਆ ਦੇ ਵਿੱਚ, ਜਿੱਦਾਂ ਬੋਰਡ 'ਤੇ ਅੱਖਰ ਦਿਸਦੇ ਪਏ ਨੇ, ਇੱਦਾਂ ਅਸੀਂ ਦੁਨੀਆ 'ਚ ਦਿਸਦੇ ਪਏ ਹਾਂ। ਇੱਕ ਦਿਨ ਸਾਡੀ ਉੱਤੇ ਇਰੇਜ਼ਰ ਚੱਲ ਜਾਣੀ ਹੈ। ਅੱਜ ਕੱਲ੍ਹ ਤਾਂ ਬੜਾ ਸੌਖਾ, ਡਿਲੀਟ ਹੀ ਹੋ ਜਾਂਦਾ ਨਾ ਸਾਰਾ ਕੁਝ। ਹੁਣ ਸਾਡੇ ਉੱਤੇ ਇਰੇਜ਼ਰ ਚੱਲ ਜਾਣੀ ਹੈ। ਫਿਰ ਜਿੱਦਾਂ ਖਾਲੀ ਪੇਜ ਰਹਿ ਜਾਂਦਾ, ਜਦੋਂ ਅੱਖਰ ਮਿਟ ਗਿਆ ਲਿਖਿਆ ਹੋਇਆ, ਅਤੇ ਫਿਰ ਕੀ ਆ, ਖਾਲੀ ਪੇਜ ਰਹਿ ਗਿਆ। ਇੱਦਾਂ ਦੁਨੀਆ ਖਾਲੀ ਹੋ ਜਾਣੀ ਹੈ ਸਾਡੇ ਲਈ, ਅਸੀਂ ਮਿਟ ਜਾਣਾ ਹੈ। ਲਿਖ ਅਰ ਮੇਟੈ, ਬਾਬਾ ਕਬੀਰ ਕਹਿੰਦੇ ਮੈਂ ਉਸ ਮਾਲਕ ਨੂੰ ਮੰਨਦਾ ਹਾਂ ਜਿਹੜਾ ਸਾਰਿਆਂ ਦਾ ਆਦਿ ਹੈ,
ਪਰ ਜਿਨ੍ਹਾਂ ਨੂੰ ਉਹ ਲਿਖ ਕੇ ਤੇ ਫੇਰ ਮਿਟਾ ਦਿੰਦਾ ਹੈ, ਭਾਵ ਕਿ ਪੈਦਾ ਕਰਕੇ ਖਤਮ ਕਰ ਦਿੰਦਾ ਹੈ, ਤਾਂ ਇਹ ਨਾ ਮੰਨਣਾ ਮੈਂ ਉਹਨਾਂ ਬੰਦਿਆਂ ਨੂੰ ਰੱਬ ਦੇ ਬਰਾਬਰੀ ਤੇ ਨਹੀਂ ਮੰਨਦਾ, ਚਾਹੇ ਕਿੱਡਾ ਵੀ ਹੋਵੇ। ਫਿਰ ਅਗਲੀ ਗੱਲ, ਓੰਕਾਰ ਲਖੈ ਜੋ ਕੋਈ, ਜੇ ਕਿਤੇ ਬੰਦਾ ਰੱਬ ਨੂੰ ਸਮਝ ਲਵੇ, ਸੋਈ ਲੱਖ ਮਿਟਣਾ ਨਾ ਹੋਈ। ਉਹ ਫਿਰ ਬੰਦਾ ਅਮਰ ਹੋ ਜਾਂਦਾ ਹੈ, ਫਿਰ ਨਾਸ਼ ਨਹੀਂ ਹੁੰਦਾ ਉਸ ਬੰਦੇ ਦਾ। ਕੱਕਾ ਕਿਰਨ ਕਮਲ ਮਹਿ ਪਾਵਾ, ਸਸ ਵਿਗਾਸ ਸੰਪਟ ਨਹੀਂ ਆਵਾ। ਸੂਰਜ ਦੀ ਕਿਰਨ ਕਮਲ ਦੇ ਉੱਤੇ ਪਵੇ ਤੇ ਕਮਲ ਖਿੜਦਾ ਹੈ, ਪਰ ਚੰਦਰਮਾ ਦੀ ਚਾਨਣੀ ਪਵੇ ਤੇ ਕਮਲ ਬੰਦ ਹੋ ਜਾਂਦਾ ਹੈ। ਗੁਰੂ ਦੇ ਗਿਆਨ ਦਾ ਸੂਰਜ ਮੇਰੇ ਉੱਤੇ ਪੈ ਗਿਆ ਤੇ ਮੇਰਾ ਦਿਲ ਖਿੜ ਗਿਆ, ਪਰ ਜੇ ਮਾਇਆ ਦੀ ਚਾਨਣੀ ਮੇਰੇ ਉੱਤੇ ਪੈ ਗਈ ਤੇ ਮਨ ਬੰਦ ਹੋ ਗਿਆ। ਇਸ ਕਰਕੇ ਬਾਬਾ ਕਬੀਰ ਕਹਿੰਦੇ ਨੇ, ਕੱਕਾ ਕਿਰਨ ਕਮਲ ਮਹਿ ਪਾਵਾ, ਹਿਰਦੇ ਕਮਲ ਦੇ ਵਿੱਚ ਮੈਂ ਗੁਰੂ ਦੇ ਗਿਆਨ ਦੀ ਕਿਰਨ ਪਾਉਂਦਾ ਹਾਂ। ਫਿਰ ਸਸ ਵਿਗਾਸ ਸੰਪਟ ਨਹੀਂ ਆਵਾ, ਤੇ ਫਿਰ ਮੇਰਾ ਮਨ ਜਿਹੜਾ ਹੈ ਨਾ ਉਹ ਮਾਇਆ ਦੇ ਕਰਕੇ ਬੰਦ ਨਹੀਂ ਹੁੰਦਾ ਹੈ। ਅਰਜੇ ਤਹਾ ਕੁਸਮ ਰਸ ਪਾਵਾ, ਤੇ ਫਿਰ ਉੱਥੋਂ ਜਦੋਂ ਖਿੜੇ ਹੋਏ ਮਨ ਦੇ ਵਿੱਚ ਜਿਹੜੀ ਸੁਗੰਧੀ ਮਿਲਦੀ ਹੈ ਨਾ, ਅਕਹਿ ਕਹਾ ਕਹਿ ਕਾ ਸਮਝਾਵਾਂ। ਕਹਿੰਦੇ ਇੱਥੇ ਅਕਹਿ ਹੈ, ਕਿਸੇ ਨੂੰ ਕੀ ਸਮਝਾ ਸਕਦਾ ਹਾਂ। ਇਹ ਫਿਰ ਉਹੀ ਗੱਲ ਹੈ, ਅੱਖਰ ਲਿਖਣ ਵਾਲੇ ਦੀ ਪ੍ਰੋਬਲਮ ਇਹ ਹੈ, ਉਹਨੂੰ ਪਤਾ ਵੀ ਮੇਰੇ ਅੰਦਰ ਕੀ ਚੱਲਦਾ ਪਿਆ ਹੈ, ਪਰ ਉਹ ਕਹਿੰਦਾ ਮੈਂ ਬੋਲ ਕੇ ਨਹੀਂ ਦੱਸ ਸਕਦਾ। ਮਹਾਰਾਜ ਬੜੀ ਵਾਰ ਇਹ ਗੱਲ ਕਰਦੇ ਨੇ ਵੀ ਭਾਈ ਜੋ ਸਾਡੇ ਅੰਦਰ ਹੈ ਉਹ ਬੋਲ ਕੇ ਨਹੀਂ ਦੱਸਿਆ ਜਾ ਸਕਦਾ, ਇਹ ਤਾਂ ਮਹਿਸੂਸ ਹੀ ਕੀਤਾ ਜਾ ਸਕਦਾ ਹੈ। ਤੁਸੀਂ ਆਪਣਾ ਮਹਿਸੂਸ ਕਰੋ, ਮੈਂ ਆਪਣਾ ਮਹਿਸੂਸ ਕਰਦਾ ਹਾਂ। ਅਕਹਿ, ਉੱਥੇ ਅਕਹਿ ਹੈ, ਕਿਹਾ ਹੀ ਨਹੀਂ ਜਾ ਸਕਦਾ। ਤੇ ਜੇ ਮੈਂ ਕਹਾਂ ਵੀ ਉਸ ਗੱਲ ਨੂੰ ਤੇ ਕਹਿ ਕਾ ਸਮਝਾਵਾਂ, ਕਹਿ ਕੇ ਕੀ ਸਮਝਾ ਦੇਵਾਂਗਾ ਵੀ ਮੈਂ ਕਿਸੇ ਨੂੰ ਆ ਕੇ ਦੱਸਾਂਗਾ ਜੀ ਉੱਥੇ ਜਿਹੜਾ ਬਾਗ ਹੈ ਨਾ ਉਹਦੇ ਵਿੱਚ ਜਿਹੜੇ ਫੁੱਲ ਨੇ ਉਹਨਾਂ ਦੀ ਸੁਗੰਧੀ ਬੜੇ ਕਮਾਲ ਦੀ ਹੈ। ਜਸਟ ਇਨਫੋਰਮੇਸ਼ਨ ਹੈ ਤੁਹਾਡੇ ਲਈ, ਸੁਗੰਧੀ ਤੇ ਨਹੀਂ ਆਉਣ ਲੱਗ ਪਈ। ਇੱਥੇ ਬੈਠਾ ਮੈਂ ਕਹਿ ਦੇਵਾਂ ਜੀ ਉੱਥੇ ਜਿਹੜੀ ਬਰਫ਼ ਹੁੰਦੀ ਹੈ ਨਾ ਉਹਦੇ ਵਿੱਚ ਜਾਂਦਿਆਂ ਬੰਦੇ ਨੂੰ ਨਾ ਠੰਡ ਲੱਗਣ ਲੱਗ ਪੈਂਦੀ ਹੈ, ਸਾਡੇ ਲਈ ਇਨਫੋਰਮੇਸ਼ਨ ਹੀ ਹੈ, ਠੰਡ ਤੇ ਨਹੀਂ ਲੱਗਣ ਲੱਗ ਪਈ। ਇਸ ਕਰਕੇ ਅੱਖਰ ਜਿਹੜੇ ਨੇ ਉਹ ਰਸਤਾ ਦਿਖਾ ਸਕਦੇ ਨੇ। ਗੱਲ ਤੇ ਇਹ ਹੈ, ਨਾਨਕ ਗਿਆਂ ਜਾਪੈ ਜਾਏ, ਤੇ ਜਾ ਕੇ ਪਤਾ ਲੱਗੇਗਾ ਵੀ ਕੀ ਲੈਵਲ ਹੈ ਇਹਨਾਂ ਅਵਸਥਾਵਾਂ ਦਾ। ਅਕਹਿ ਕਹਾ ਕਹਿ ਕਾ ਸਮਝਾਵਾਂ, ਮੈਂ ਕਹਿ ਕੇ ਵੀ ਕਿਸੇ ਨੂੰ ਕੀ ਸਮਝਾਵਾਂਗਾ। ਬਹੁਤੇ ਤੇ ਸਮਝਣਗੇ ਵੀ ਨਹੀਂ, ਜਿਹੜੇ ਸਮਝ ਲੈਣਗੇ ਉਹਨਾਂ ਲਈ ਵੀ ਸਿਰਫ ਇੱਕ ਜਾਣਕਾਰੀ ਹੈ ਜਦੋਂ ਤੱਕ ਅਨੁਭਵ ਨਹੀਂ ਕਰਦੇ। ਇਸ ਕਰਕੇ ਇਹ ਕੁਝ ਪਦੇ ਅਸੀਂ ਵਿਚਾਰੇ ਨੇ, ਸਤਿਗੁਰੂ ਬਖਸ਼ਿਸ਼ ਕਰਨ। ਇਹ ਗਹਿਰੀ ਬਾਣੀ ਹੈ ਤੇ ਫਿਰ ਵੀ ਅਸੀਂ ਇਹਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ, ਅੱਗੇ ਅਸੀਂ ਵਿਚਾਰਨ ਦੀ ਕੋਸ਼ਿਸ਼ ਕਰਾਂਗੇ। ਆਪ ਜੀ ਦੇ ਚਰਨਾਂ 'ਚ ਬੇਨਤੀ ਕਰਦੇ ਹਾਂ, ਹੋਈਆਂ ਭੁੱਲਾਂ ਦੀ ਖਿਮਾ, ਫਤਿਹ ਨਾਲ ਸਾਂਝ ਪਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ